सत संगी जनो आओ पावन अस्थान तो चल रही लड़ीवार गुर शब्द विचार दे नाल सांझ बनाइए जी। अज दा विचार अधीन शब्द गौड़ी राग दे अंदर शहीदां दे सिर ताज बाणी के बोहित निमरता दे पुंज पंचम गुरदेव धन धन सतगुरु श्री गुरु अर्जुन पातशाह जी का उच्चारण किया। धन सतगुरु श्री गुरु ग्रंथ साहिब जी दे पावन अंक 214 उपर सुशोभित है जी। गौड़ी दी माला जाती है 9 तरह की या 12 तरह की, कई विद्वाना ने गौड़ी की गिणती की। उन्हां दे विचों एक होर जाति इस माला दे पैर दे विच सतगुरु जी ने एका पाया, जिहदा अर्थ है इस गौड़ी दी माला जाति नूं पहले घर सुर ताल दे विच गायन किया जावेगा। सब तो पहला सतगुरु जी मूल मंत्र छोटा स्वरूप परमात्मा की उस्तत करते ने। वो अकाल पुरख परमात्मा एक है, सदैवी होंद वाला है। गुरु की कृपा दे नाल उहदी प्राप्ति मेल मिलाप हासिल हुंदा है जी। बचन आरंभ हुंदा है, पायो बाल बुद्ध सुख रे। सतगुरु जी कृपालता करते ने। बाल बुद्ध भाव बच्चियां वाली बुद्धि धारण करके मैं सुख हासिल किया। जिहड़ी बच्चे की बिरती है वो की हुंदी है। एक पल दे विच बच्चे जिहड़े ने खेडदे खेडदे आपां वेखदे हां अक्सर लड़ पैंदे ने ते दूजे ही पल फिर इकट्ठे होके उसे तरह खेडण लग पैंदे ने। इन्हां बच्चियां दे विच ईरखा द्वैश वैर विरोध नफरत आदि की भावना नहीं होती। सतगुरु कहते ने इहो जी बुद्धि धारण कर कीतियां सदैवी सुख आत्मक आनंद मिलता है जी। ये 2 तरीके ने। एक ते है ब्रह्म ज्ञान, जिहदी प्राप्ति बहुत वड्डे भागां दे नाल बहुत उत्तम यतन कीतियां हुंदी है। दूसरा तरीका है बच्चियां वाली मत, बच्चियां वाली बुद्धि धारण कर लैनी। व्याख्या सतगुरु जी अगे फरमान करते ने, हरख सोग हान बेरत दुख सुख चित समसार गुर मेले रहाऊ। हरख का अर्थ है खुशी, सोग का अर्थ है गम। हानि हुंदी है नुकसान, मिरत हुंदी है मौत। दुख शब्द सतगुरु जी ने लिखिया दुलैंकड़ां दे नाल। इहदा उच्चारण इसे तरह होना चाहिए। आम तौर पर बेध्याने इनू दुख सुख पढ़ लिया जाता है, परंतु सतगुरु जी ने शब्द वरते दुख सुख।
ਅਰਥ ਭਾਵੇਂ ਦੋਵਾਂ ਦਾ ਇੱਕੋ ਹੀ ਹੈ, ਪਰੰਤੂ ਉਚਾਰਨ ਦੇ ਵਿੱਚ ਭੇਦ ਹੈ। ਦੁੱਖਾਂ ਦੇ ਵਿੱਚ, ਸੁੱਖਾਂ ਦੇ ਵਿੱਚ ਚਿੱਤ ਬਿਰਤੀ ਜਿਹੜੀ ਹੈ ਸੰਸਰ ਇਕਸਾਰ ਬਰਾਬਰ ਰਹੇ। ਇਹ ਗੱਲਬਾਤ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਮਿਲਣ ਦੇ ਨਾਲ, ਗੁਰੂ ਦਾ ਮੇਲ ਮਿਲਾਪ ਉਪਦੇਸ਼ ਹਾਸਲ ਕੀਤਿਆਂ ਪਤਾ ਲੱਗਦੀ ਹੈ। ਬਾਣੀ ਦੇ ਬੋਲ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਜਿਹੜਾ ਬੰਦਾ ਦੁੱਖਾਂ ਦੇ ਵਿੱਚ ਦੁਖੀ ਨਹੀਂ ਹੁੰਦਾ, ਇਹ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਹੈ। ਆਮ ਜਿਹੜੇ ਲੋਕ ਨੇ, ਸੰਸਾਰ ਦੇ ਵਿੱਚ ਕੋਈ ਦੁੱਖ ਆ ਜਾਵੇ ਉਸੇ ਵੇਲੇ ਪਰਮਾਤਮਾ ਨੂੰ ਉਲਾਂਭੇ ਦੇਣੇ ਸ਼ੁਰੂ ਕਰ ਦਿੰਦੇ ਨੇ। ਇੱਕ ਉਦਾਹਰਨ ਦਿਆਂ, ਸਾਕਾ ਪੰਜਾ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦਿਹਾੜਾ ਆ ਰਿਹਾ ਹੈ। ਉਸ ਪੰਜਾ ਸਾਹਿਬ ਦੇ ਸਾਕੇ ਦੇ ਵਿੱਚ 2 ਸਿੱਖ ਜਿਹੜੇ ਨੇ ਸ਼ਹੀਦ ਹੁੰਦੇ ਨੇ, ਭਾਈ ਪ੍ਰਤਾਪ ਸਿੰਘ ਜੀ ਤੇ ਭਾਈ ਕਰਮ ਸਿੰਘ ਜੀ। ਬ੍ਰਹਮ ਗਿਆਨੀ ਦੀ ਅਵਸਥਾ ਕੀ ਹੁੰਦੀ ਹੈ? ਭਾਈ ਪ੍ਰਤਾਪ ਸਿੰਘ ਜੀ ਨਨਕਾਣਾ ਸਾਹਿਬ ਦੇ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਨੇ। ਇੱਕ ਦਿਨ ਇਹਨਾਂ ਨੇ ਕੀ ਵੇਖਿਆ, ਕਿਸੇ ਸਿੱਖ ਦਾ 2 ਸਾਲ ਦੀ ਉਮਰ ਦਾ ਬਾਲਕ ਜਿਹੜਾ ਹੈ ਉਹ ਚੜ੍ਹਾਈ ਕਰ ਗਿਆ। ਉਹ ਕੀਰਤਨ ਕਰਦੇ ਹੋਏ ਬਿਨਾਂ ਕਿਸੇ ਤਰ੍ਹਾਂ ਦਾ ਵਿਰਲਾਪ ਕੀਤਿਆਂ, ਕੋਈ ਸੋਗ ਪ੍ਰਗਟ ਕੀਤਿਆਂ, ਕਿਉਂਕਿ ਗੁਰਬਾਣੀ ਦਾ ਸਾਨੂੰ ਇਹੀ ਹੁਕਮ ਹੈ ਸਤਿਗੁਰਾਂ ਦਾ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਉਹ ਕੀਰਤਨ ਕਰਦੇ ਹੋਏ ਉਸ ਛੋਟੇ ਜਿਹੇ ਬੱਚੇ ਦੀ 2 ਸਾਲ ਦੇ ਬਾਲਕ ਦੀ ਅਰਥੀ ਨੂੰ ਲਿਜਾ ਰਹੇ ਨੇ ਸ਼ਮਸ਼ਾਨ ਭੂਮੀ ਦੇ ਵਿੱਚ। ਸਿੱਖ ਦਾ, ਬ੍ਰਹਮ ਗਿਆਨੀ ਦਾ ਜੀਵਨ ਕੀ ਹੈ? ਪੜ੍ਹ ਲੈਣਾ, ਸੁਣ ਲੈਣਾ, ਸੁਣਾ ਲੈਣਾ ਠੀਕ ਹੈ, ਪਰੰਤੂ ਇਹਨੂੰ ਕਮਾਉਣਾ ਕਿੰਨਾ ਔਖਾ ਹੈ। ਭਾਈ ਪ੍ਰਤਾਪ ਸਿੰਘ ਜੀ ਨੇ ਵੇਖਿਆ ਤੇ ਮਨ ਹੀ ਮਨ ਇਹ ਅਰਦਾਸ ਕੀਤੀ, ਐ ਸਤਿਗੁਰੂ, ਜੇ ਤੇਰੀ ਕਿਰਪਾ ਹੋਵੇ ਮੇਰੇ ਘਰ ਦੇ ਵਿੱਚ ਬਾਲਕ ਬੱਚਾ ਜਨਮ ਲਵੇ, ਇਸੇ ਤਰ੍ਹਾਂ ਜਿਵੇਂ ਇਹ ਬੱਚਾ ਚਲਾ ਗਿਆ, ਜੇ ਮੇਰਾ ਬੱਚਾ ਵੀ ਸੰਸਾਰ ਤੋਂ ਚਲਿਆ ਜਾਵੇ, ਮੈਂ ਇਸੇ ਤਰ੍ਹਾਂ ਕੀਰਤਨ ਕਰਦਾ ਆਪਣੇ ਬੱਚੇ ਨੂੰ ਅੰਤਮ ਕਿਰਿਆ ਦੇ ਵਾਸਤੇ ਲੈ ਕੇ ਜਾਵਾਂ। ਤੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਗੁਰੂ ਦੇ ਦਰ ਦੇ ਉੱਤੇ ਜੋ ਅਰਦਾਸ, ਜੋ ਬੇਨਤੀ ਸੱਚੇ ਮਨੋਂ ਕਰ ਲਈਏ ਕਬੂਲ ਹੁੰਦੀ ਹੈ। ਸਮਾਂ ਚੱਲਿਆ, ਭਾਈ ਪ੍ਰਤਾਪ ਸਿੰਘ ਜੀ ਦਾ ਆਨੰਦ ਕਾਰਜ ਬੀਬੀ ਹਰਨਾਮ ਕੌਰ ਜੀ ਦੇ ਨਾਲ ਹੋਇਆ। ਸਮਾਂ ਪਾ ਕੇ ਘਰ ਦੇ ਵਿੱਚ ਪੁੱਤਰ ਨੇ ਜਨਮ ਲੈ ਲਿਆ। ਇਹ ਭਾਈ ਪ੍ਰਤਾਪ ਸਿੰਘ ਜੀ ਨਨਕਾਣਾ ਸਾਹਿਬ ਦੇ ਸਕੱਤਰ ਵੀ ਰਹੇ, ਮੈਨੇਜਰ ਵੀ ਰਹੇ, ਉੱਥੇ ਖਜ਼ਾਨਚੀ ਦੀ ਸੇਵਾ ਵੀ ਨਿਭਾਉਂਦੇ ਰਹੇ। 2 ਸਾਲ ਦਾ ਬੱਚਾ ਹੋ ਗਿਆ, ਬਾਹਰ ਖੇਡਣ ਗਿਆ। ਗਵਾਂਢਣ ਨੇ ਆ ਕੇ ਖਬਰ ਦਿੱਤੀ, ਭਾਈ ਸਾਹਿਬ ਜੀ, ਬੀਬੀ ਹਰਨਾਮ ਕੌਰ, ਤੁਹਾਡਾ ਜਿਹੜਾ ਬੱਚਾ 2 ਸਾਲ ਦਾ ਬਾਹਰ ਖੇਡਣ ਗਿਆ ਸੀ, ਉਹ ਪਾਣੀ ਦੇ ਗਰਮ ਕੜਾਹੇ ਦੇ ਵਿੱਚ ਡਿੱਗ ਕੇ ਮਰ ਗਿਆ, ਭੁੰਨਿਆ ਗਿਆ। ਕੋਈ ਰੋਣਾ ਕੁਰਲਾਉਣਾ ਵਿਰਲਾਪ ਨਹੀਂ ਕੀਤਾ। ਭਾਈ ਪ੍ਰਤਾਪ ਸਿੰਘ ਨੇ ਉਸੇ ਵੇਲੇ ਬੈਂਡ ਬਾਜਿਆਂ ਵਾਲੇ ਬੁਲਾਏ ਨੇ। ਗੁਰਬਾਣੀ ਦਾ ਕੀਰਤਨ ਕਰਦਿਆਂ ਬੱਚੇ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਵੱਲ ਨੂੰ ਲੈ ਕੇ ਗਏ ਨੇ, ਬਚਨ ਨੂੰ ਕਮਾਇਆ। ਇਹ ਹੁੰਦੀ ਹੈ ਬ੍ਰਹਮ ਗਿਆਨੀ ਦੀ ਅਵਸਥਾ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਤੇ ਸਾਡੀ ਸੰਸਾਰੀ ਲੋਕਾਂ ਦੀ ਅਵਸਥਾ ਹੁੰਦੀ ਹੈ, ਸਾਡੇ ਥੋੜਾ ਜਿਹਾ ਕੋਈ ਦੁੱਖ, ਕੋਈ ਤਕਲੀਫ ਜ਼ਿੰਦਗੀ ਦੇ ਵਿੱਚ ਆ ਜਾਵੇ, ਅਸੀਂ ਧਾਹਾਂ ਮਾਰ ਮਾਰ ਕੇ ਅਸਮਾਨ ਸਿਰ ਤੇ ਚੁੱਕ ਲੈਂਦੇ ਹਾਂ।
ਸਤਿਗੁਰੂ ਕਹਿੰਦੇ ਨੇ ਜਿਹੜਾ ਦੁੱਖਾਂ ਦੇ ਵਿੱਚ ਦੁੱਖ ਨੂੰ ਮਹਿਸੂਸ ਨਹੀਂ ਕਰਦਾ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜਿਹਦੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੇ ਨਾਲ ਮੋਹ ਨਹੀਂ, ਕਿਸੇ ਤਰ੍ਹਾਂ ਦਾ ਡਰ ਨਹੀਂ, ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣਦਾ ਹੈ। ਗੁਰੂ ਅਰਜੁਨ ਪਾਤਸ਼ਾਹ ਜੀ ਦੇ ਬੋਲ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਇਹ ਜੀਵਨ ਮੁਕਤ ਦੀ ਪਰਿਭਾਸ਼ਾ, ਬ੍ਰਹਮ ਗਿਆਨੀ ਦੀ ਪਰਿਭਾਸ਼ਾ, ਜਿਹਦੇ ਵਾਸਤੇ ਸੋਨਾ ਤੇ ਮਿੱਟੀ ਇੱਕ ਬਰਾਬਰ ਨੇ। ਭਗਤ ਕਬੀਰ ਜੀ ਆਪਣੀ ਧਰਮ ਪਤਨੀ ਮਾਈ ਲੋਈ ਦੇ ਨਾਲ ਤੁਰੇ ਜਾਂਦੇ ਨੇ। ਵੇਖਿਆ ਰਸਤੇ ਦੇ ਵਿੱਚ ਇੱਕ ਥਾਂ ਤੇ ਸੋਨੇ ਦੇ ਕੁਝ ਗਹਿਣੇ ਜਿਹੜੇ ਨੇ ਉਹ ਡਿੱਗੇ ਹੋਏ ਨੇ। ਹੁਣ ਭਗਤ ਜੀ ਦੇ ਵਾਸਤੇ ਸੋਨਾ ਤੇ ਮਿੱਟੀ ਇੱਕ ਬਰਾਬਰ ਹੈ। ਬ੍ਰਹਮ ਗਿਆਨੀ ਨੇ ਮਨ ਦੇ ਵਿੱਚ ਕੋਈ ਲਾਲਚ ਨਹੀਂ, ਪਰ ਮਨ ਦੇ ਵਿੱਚ ਸੋਚਿਆ ਪਿੱਛੇ ਧਰਮ ਪਤਨੀ ਮਾਈ ਲੋਈ ਆ ਰਹੀ ਹੈ, ਕਿਤੇ ਉਹਦੇ ਮਨ ਦੇ ਵਿੱਚ ਲਾਲਚ ਨਾ ਆ ਜਾਵੇ। ਕੁਝ ਮਿੱਟੀ ਜਿਹੜੀ ਹੈ ਚੁੱਕ ਕੇ ਉਹਨਾਂ ਸੋਨੇ ਦੇ ਗਹਿਣਿਆਂ ਦੇ ਉੱਤੇ ਪਾ ਕੇ ਢੱਕਣ ਦਾ ਯਤਨ ਕੀਤਾ। ਇੰਨੇ ਚਿਰ ਨੂੰ ਮਾਤਾ ਲੋਈ ਨਜ਼ਦੀਕ ਸਮੀਪ ਆਈ ਹੈ। ਪੁੱਛਣ ਲੱਗੀ, ਸਵਾਮੀ ਜੀ ਕੀ ਕਰ ਰਹੇ ਹੋ? ਦੱਸ ਦਿੱਤਾ, ਝੂਠ ਨਹੀਂ ਬੋਲਿਆ। ਸੋਨੇ ਦੇ ਗਹਿਣੇ ਪਏ ਸਨ, ਮੈਂ ਸੋਚਿਆ ਤੇਰਾ ਮਨ ਬੇਈਮਾਨ ਲਾਲਚੀ ਨਾ ਹੋ ਜਾਵੇ, ਮਿੱਟੀ ਦੇ ਨਾਲ ਢੱਕਦੇ ਆ। ਮਾਈ ਲੋਈ ਕਹਿਣ ਲੱਗੀ, ਭਗਤ ਜੀ ਮਿੱਟੀ ਦੇ ਉੱਤੇ ਮਿੱਟੀ ਪਾਉਣ ਦਾ ਕੀ ਲਾਭ ਹੈ? ਭਗਤ ਜੀ ਕਹਿਣ ਲੱਗੇ, ਲੋਈ ਤੇਰੀ ਅਵਸਥਾ ਸੱਚਮੁੱਚ ਮੇਰੇ ਤੋਂ ਵੀ ਅੱਗੇ ਲੰਘ ਚੁੱਕੀ ਹੈ। ਮੈਨੂੰ ਅਜੇ ਸੋਨੇ ਤੇ ਮਿੱਟੀ ਦੇ ਵਿੱਚ ਫਰਕ ਦਿਸ ਰਿਹਾ ਹੈ, ਪਰੰਤੂ ਤੇਰੀ ਦ੍ਰਿਸ਼ਟੀ ਦੇ ਵਿੱਚ ਸੋਨਾ ਤੇ ਮਿੱਟੀ ਇੱਕ ਹੋ ਚੁੱਕੇ ਨੇ। ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਸਮਝਦਾ ਹੈ, ਜਿਹਦੇ ਵਾਸਤੇ ਖੁਸ਼ੀ ਤੇ ਗਮੀ ਦੋਵੇਂ ਪਰਮਾਤਮਾ ਦੀਆਂ ਦਾਤਾਂ ਨੇ, ਜਿਹੜਾ ਇੱਜ਼ਤ ਤੇ ਬੇਇੱਜ਼ਤੀ ਦੇ ਵਿੱਚ ਭੇਦ ਫਰਕ ਨਹੀਂ ਸਮਝਦਾ। ਇਹ ਧਿਆਨ ਰੱਖਿਆ ਜੇ, ਇੱਕ ਤੇ ਬ੍ਰਹਮ ਗਿਆਨੀ ਦੀ ਗੱਲ ਹੈ, ਇੱਕ ਜਿਹੜਾ ਬੰਦਾ ਬੇਸ਼ਰਮ ਹੋ ਚੁੱਕਾ ਹੈ, ਢੀਠ ਹੋ ਚੁੱਕਾ ਹੈ, ਉਹਨੂੰ ਵੀ ਕੋਈ ਫਰਕ ਨਹੀਂ ਪੈਂਦਾ। ਮਤਾਂ ਇਹ ਭੁਲੇਖਾ ਪਾਲ ਲਈਏ ਕਿਸੇ ਢੀਠ ਬੰਦੇ ਨੂੰ ਵੇਖ ਕੇ ਬਈ ਇਹਨੂੰ ਬੇਇੱਜ਼ਤੀ ਦਾ ਅਸਰ ਨਹੀਂ ਹੋ ਰਿਹਾ, ਇਹ ਬ੍ਰਹਮ ਗਿਆਨੀ ਹੋ ਗਿਆ। ਬ੍ਰਹਮ ਗਿਆਨੀ ਉਹ ਹੁੰਦਾ ਹੈ, ਭਾਵੇਂ ਉਹਨੂੰ ਕੋਈ ਚੰਗੇ ਤੋਂ ਚੰਗੇ ਪਕਵਾਨ ਦੇਵੇ, ਭਾਵੇਂ ਉਹਦਾ ਕੋਈ ਚੰਗੇ ਤੋਂ ਚੰਗਾ ਮਾਣ ਸਤਿਕਾਰ ਕਰੇ, ਉਹ ਹੰਕਾਰ ਦੇ ਵਿੱਚ ਨਾ ਆਵੇ, ਤੇ ਭਾਵੇਂ ਉਹਦੀ ਕੋਈ ਨਿੰਦਿਆ ਕਰੇ, ਕੋਈ ਉਹਨੂੰ ਜ਼ਲੀਲ ਬੇਇੱਜ਼ਤ ਕਰਨ ਦਾ ਯਤਨ ਕਰੇ, ਉਹਨੂੰ ਕੋਈ ਫਰਕ ਨਾ ਪਵੇ। ਸਤਿਗੁਰੂ ਕਹਿੰਦੇ ਨੇ, ਤੈਸਾ ਰੰਕ ਤੈਸਾ ਰਾਜਾਨ, ਜਿਹਦੇ ਵਾਸਤੇ ਰਾਜਾ ਤੇ ਰੰਕ, ਗਰੀਬ ਤੇ ਅਮੀਰ ਇੱਕ ਬਰਾਬਰ ਹੈ, ਉਹ ਬ੍ਰਹਮ ਗਿਆਨੀ ਹੈ। ਅਸੀਂ ਸੰਸਾਰੀ ਲੋਕ ਕੀ ਕਰਦੇ ਆ, ਸਾਨੂੰ ਕੋਈ ਬੰਦਾ ਧਨ ਵਾਲਾ ਅਮੀਰ ਦਿਸੇ, ਅਸੀਂ ਉਹਦੀ ਖੁਸ਼ਾਮਦ ਕਰਨ ਦਾ ਯਤਨ ਕਰਦੇ ਆ, ਉਹਦਾ ਵਿਸ਼ੇਸ਼ ਸਨਮਾਨ ਸਤਿਕਾਰ ਕਰਦੇ ਆ। ਗੁਰੂ ਘਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਕਿਉਂਕਿ ਪ੍ਰਬੰਧਕ ਜਿਹੜੇ ਨੇ ਉਹ ਸੰਸਾਰੀ ਦ੍ਰਿਸ਼ਟੀ ਵਾਲੇ ਨੇ। ਜਿਹੜੇ ਬੰਦੇ ਨੇ ਲੱਖ ਰੁਪਈਏ ਦੀ ਸੇਵਾ ਕੀਤੀ ਹੈ, ਉਹਦੇ ਵਾਸਤੇ ਸਾਰੇ ਦਾ ਸਾਰਾ ਸਿਸਟਮ ਹੋਰ ਤਰ੍ਹਾਂ ਚੱਲਦਾ ਹੈ। ਉਹਨੂੰ ਖਾਸ ਸਨਮਾਨ ਦੇ ਨਾਲ ਅੱਗੋਂ ਲੈਣ ਦੇ ਲਈ ਜਾਇਆ ਜਾਂਦਾ ਹੈ। ਉਹਦੇ ਵਾਸਤੇ ਸਿਰੋਪਾਓ ਪੇਸ਼ ਕੀਤੇ ਜਾਂਦੇ ਨੇ, ਜਲ ਪਾਣੀ ਦਾ ਵੱਖਰਾ ਬੰਦੋਬਸਤ ਇੰਤਜ਼ਾਮ ਕੀਤਾ ਜਾਂਦਾ ਹੈ। ਤੇ ਜਿਹੜੇ ਬੰਦੇ ਨੇ ਥੋੜੀ ਮਾਇਆ ਪਾਈ ਹੈ, ਉਹਨੂੰ ਪੁੱਛਿਆ ਵੀ ਨਹੀਂ ਜਾਂਦਾ, ਭਾਈ ਕਿੱਥੋਂ ਆਇਆ, ਕੁਝ ਛਕਣਾ ਹੈ?
ਇਹ ਜਿਹੜੀਆਂ ਗੱਲਾਂ ਨੇ, ਕਿਉਂਕਿ ਸਾਡੀ ਦ੍ਰਿਸ਼ਟੀ ਸੰਸਾਰੀ ਹੈ। ਜਿਹੜੀ ਨਿਰੰਕਾਰੀ ਦ੍ਰਿਸ਼ਟੀ ਹੈ, ਜਿਹੜਾ ਬ੍ਰਹਮ ਗਿਆਨੀ ਹੈ, ਉਹਦੇ ਵਾਸਤੇ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਰੰਕ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਸਾਰੇ ਬਰਾਬਰ ਨੇ। ਅਨੇਕਾਂ ਉਦਾਹਰਨਾਂ ਨੇ ਇਤਿਹਾਸ ਦੇ ਵਿੱਚ। ਸਤਿਗੁਰੂ ਸਾਹਿਬਾਨ ਦੇ ਸਮੇਂ ਦੇ ਉੱਤੇ ਅਨੇਕਾਂ ਵਾਰ ਜਿਹੜੇ ਆਪਣੇ ਆਪ ਨੂੰ ਧਨਾਢ ਅਮੀਰ ਸਮਝਣ ਵਾਲੇ ਸਿੱਖ ਨੇ, ਉਹਨਾਂ ਨੇ ਲਿਆ ਕੇ ਕੀਮਤੀ ਵਸਤੂਆਂ ਸਤਿਗੁਰੂ ਜੀ ਦੇ ਸਾਹਮਣੇ ਅਰਪਣ ਕੀਤੀਆਂ। ਸਤਿਗੁਰੂ ਜੀ ਨੇ ਉਸੇ ਵੇਲੇ ਚੁੱਕ ਕੇ ਉਹ ਗਰੀਬਾਂ ਦੇ ਵਿੱਚ ਵਰਤਾ ਦਿੱਤੀਆਂ। ਤੇ ਜਿਹੜੇ ਅਰਪਣ ਕਰਨ ਵਾਲੇ, ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਆਇਆ, ਇਹ ਸਤਿਗੁਰੂ ਏਡੀ ਕੀਮਤੀ ਸ਼ੈ, ਏਡੀ ਕੀਮਤੀ ਵਸਤੂ, ਆਪ ਜੀ ਨੇ ਇਹਦੀ ਕਦਰ ਨਹੀਂ ਪਾਈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਿਸੇ ਨੇ ਸੁੱਚੇ ਮੋਤੀਆਂ ਦੀ ਮਾਲਾ ਲਿਆ ਕੇ ਭੇਟਾ ਕੀਤੀ। ਸਤਿਗੁਰੂ ਜੀ ਨੇ ਉਸੇ ਵੇਲੇ ਭਾਈ ਜੇਠੇ ਨੂੰ ਦੇ ਦਿੱਤੀ। ਭਾਈ ਜੇਠੇ ਨੇ ਅੱਗੇ ਉਹ ਇੱਕ ਮਲੰਗ, ਇੱਕ ਫਕੀਰ ਨੂੰ ਦੇ ਦਿੱਤੀ, ਜਿਹੜਾ ਸਾਰਾ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੈਠਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਿੰਦਿਆ ਕਰਦਾ ਸੀ। ਉਹ ਮਾਲਾ ਲੈ ਕੇ ਥੋੜੇ ਦਿਨਾਂ ਦੇ ਵਾਸਤੇ ਉਹ ਜਿਹੜਾ ਕੰਗਲਾ, ਉਹ ਜਿਹੜਾ ਮਲੰਗ ਸੀ, ਚੁੱਪ ਕਰ ਗਿਆ। ਸਗੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਸਤਤ ਕਰਨ ਲੱਗ ਪਿਆ। ਉਹਦਾ ਵਿਸਥਾਰ ਵੱਖਰਾ ਹੈ। ਇਹ ਗੱਲ ਕਹਿਣ ਦਾ ਭਾਵ ਇਹ ਹੈ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਅਮੀਰ ਗਰੀਬ, ਸੋਨੇ ਮਿੱਟੀ, ਮਾਨ ਅਭਿਮਾਨ ਦਾ ਕੋਈ ਫਰਕ ਨਹੀਂ ਹੁੰਦਾ। ਉਹਦਾ ਚਿੱਤ ਜਿਹੜਾ ਇੱਕ ਬਰਾਬਰ ਰਹਿੰਦਾ। ਸਤਿਗੁਰੂ ਕਹਿੰਦੇ ਨੇ ਇਹ ਕਿਰਪਾ ਗੁਰੂ ਕਰਦਾ ਬੱਚਿਆਂ ਵਾਲੀ ਬੁੱਧੀ, ਬੱਚਿਆਂ ਵਾਲੀ ਅਕਲ ਗੁਰੂ ਦੀ ਕਿਰਪਾ ਦੇ ਨਾਲ ਮਿਲਦੀ, ਪ੍ਰਾਪਤ ਹੁੰਦੀ ਹੈ ਜੀ। ਜਾਉ ਲਾਉ ਹਾਉ ਕਿਛ ਸੋਚਾਉ ਚੇਤਾ ਬਾਉ, ਤਾਉ ਲਾਉ ਦੁੱਖ ਨਾ ਪਾਰੇ। ਜਦੋਂ ਤੱਕ ਮੈਂ ਕੁਝ ਸੋਚਦਾ ਹਾਂ, ਕੋਈ ਚਿਤਵਨੀ ਕਰਦਾ ਹਾਂ, ਉਦੋਂ ਤੱਕ ਸਤਿਗੁਰੂ ਕਹਿੰਦੇ ਨੇ ਦੁੱਖਾਂ ਦੇ ਨਾਲ ਭਰੇ ਰਹੀਦਾ। ਉਦੋਂ ਤੱਕ ਦੁੱਖ ਪ੍ਰਾਪਤ ਹੁੰਦੇ ਨੇ ਜਦੋਂ ਤੱਕ ਇਹ ਲੱਗਦਾ ਕਿ ਮੈਂ ਕਰ ਰਿਹਾ। ਇਹੀ ਆਮ ਬੰਦੇ ਤੇ ਬ੍ਰਹਮ ਗਿਆਨੀ ਦੇ ਵਿੱਚ ਫਰਕ ਹੈ। ਆਮ ਬੰਦੇ ਨੂੰ ਇਹ ਲੱਗਦਾ ਕਿ ਜੋ ਕੁਝ ਹੋ ਰਿਹਾ ਹੈ ਇਹ ਮੇਰਾ ਕੀਤਾ ਹੈ। ਤੇ ਜਦੋਂ ਤੱਕ ਮਨ ਦੇ ਵਿੱਚ ਇਹ ਭਾਵਨਾ ਹੈ, ਉਦੋਂ ਤੱਕ ਕੀਤੇ ਦਾ ਫਲ ਵੀ ਭੋਗਣਾ ਪਵੇਗਾ। ਜਦੋਂ ਤੱਕ ਮਨ ਦੇ ਵਿੱਚ ਇਹ ਅਵਸਥਾ ਚੱਲ ਰਹੀ ਹੈ, ਚਾਹੇ ਕੰਮ ਚੰਗਾ ਹੈ ਚਾਹੇ ਮਾੜਾ ਹੈ। ਜੇ ਚੰਗਾ ਕੰਮ ਕੀਤਾ ਤੇ ਉਹਦਾ ਪੁੰਨ ਹੈ, ਪੁੰਨ ਦਾ ਫਲ ਹੈ ਸਵਰਗ ਦੇ ਵਿੱਚ ਵਾਸਾ ਹੋ ਜਾਣਾ। ਤੇ ਜੇ ਕੋਈ ਮਾੜਾ ਕੰਮ ਕੀਤਾ ਉਹਦਾ ਫਲ ਪਾਪ ਹੈ, ਪਾਪ ਦਾ ਫਲ ਹੈ ਨਰਕਾਂ ਦੇ ਵਿੱਚ ਚਲੇ ਜਾਣਾ। ਸਤਿਗੁਰੂ ਕਹਿੰਦੇ ਨੇ ਜਦੋਂ ਤੱਕ ਇਹ ਮਨ ਦੇ ਵਿੱਚ ਹੈ ਕਿ ਮੈਂ ਕਰ ਰਿਹਾ, ਉਦੋਂ ਤੱਕ ਉਹਦਾ ਫਲ ਭੋਗਣਾ ਪੈਂਦਾ। ਜਦੋਂ ਇਹ ਭਾਵਨਾ ਆ ਜਾਵੇ, ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੇਰੀ ਕੀ ਹਿੰਮਤ, ਮੇਰੀ ਕੀ ਔਕਾਤ ਹੈ, ਮੈਂ ਕੁਝ ਕਰ ਸਕਾਂ। ਜੋ ਹੁੰਦਾ ਪਰਮਾਤਮਾ ਕਰਦਾ ਤੇ ਮੇਰੇ ਕੋਲੋਂ ਕਰਵਾਉਂਦਾ। ਜਦੋਂ ਇਹ ਭਾਵਨਾ ਆ ਜਾਵੇ, ਫਿਰ ਆਤਮਾ ਦੁੱਖਾਂ ਸੁੱਖਾਂ ਤੋਂ, ਪੁੰਨ ਪਾਪ ਤੋਂ ਅੱਗੇ ਲੰਘ ਜਾਂਦੀ ਹੈ। ਕਰਮਾਂ ਦਾ ਫਲ ਉਦੋਂ ਤੱਕ ਭੋਗਣਾ ਪੈਂਦਾ ਜਦੋਂ ਤੱਕ ਇਹ ਭਾਵਨਾ ਹੈ ਮੈਂ ਕਰਮ ਕਰ ਰਿਹਾ, ਹਉ ਕਰਤਾ ਹਉ ਭੁਗਤਾ। ਜਿਹੜਾ ਕਰੇਗਾ ਉਹ ਭਰੇਗਾ। ਤੇ ਜੇ ਇਹ ਭਾਵਨਾ ਬਣ ਜਾਵੇ ਕਰਨ ਵਾਲਾ ਕਰਤਾਰ ਹੈ, ਉਹ ਮੇਰੇ ਕੋਲੋਂ ਕਰਵਾ ਰਿਹਾ ਹੈ, ਬੰਦਾ ਉਸੇ ਵੇਲੇ ਕਰਮਾਂ ਦੇ ਫਲ ਤੋਂ, ਪੁੰਨਾ ਪਾਪਾਂ ਤੋਂ ਛੁੱਟ ਜਾਂਦਾ ਹੈ, ਬਰੀ ਹੋ ਜਾਂਦਾ ਹੈ। ਸਾਰੀ ਖੇਡ ਭਾਵਨਾ ਦੀ ਹੈ, ਨਜ਼ਰੀਏ ਦੀ ਹੈ। ਜਦੋਂ ਤੱਕ ਅੰਦਰ ਦੀ ਭਾਵਨਾ ਸ਼ੁੱਧ ਨਹੀਂ ਹੁੰਦੀ, ਮਨ ਸਾਫ਼ ਨਹੀਂ ਹੁੰਦਾ, ਕਿਸੇ ਨੂੰ ਕੁਝ ਦੇ ਦੇਣਾ, ਹਾਲਾਂਕਿ ਦਿੱਤੀ ਮਾਇਆ ਪਰਮਾਤਮਾ ਨੇ ਹੈ,
ਉਹਦਾ ਦਿੱਤਾ ਅਸੀਂ ਖਾ ਰਹੇ ਹਾਂ ਤੇ ਉਹਦੇ ਦਿੱਤੇ ਦੇ ਵਿੱਚੋਂ ਵੰਡ ਰਹੇ ਹਾਂ। ਪਰ ਭਾਵਨਾ ਇਹ ਬਣ ਜਾਂਦੀ ਹੈ ਮੈਂ ਦੇ ਰਿਹਾ, ਤੇ ਜਦੋਂ ਤੱਕ ਮੈਂ ਦੇ ਰਿਹਾ ਉਦੋਂ ਤੱਕ ਉਹਦਾ ਫਲ ਵੀ ਮੈਨੂੰ ਭੋਗਣਾ ਪਵੇਗਾ। ਜੇ ਮੈਂ ਕੋਈ ਗਲਤੀ ਕਰ ਰਿਹਾ ਤੇ ਉਹਦਾ ਵੀ ਸਜ਼ਾ ਦਾ ਹੱਕਦਾਰ ਮੈਂ ਹਾਂ। ਜਦੋਂ ਅੰਦਰੋਂ ਮੈਂ ਚਲੀ ਜਾਵੇ, ਜੋ ਤੁਧ ਭਾਵੈ ਸਾਈ ਭਲੀ ਕਾਰ ਹੈ ਪਰਮਾਤਮਾ ਜੀ, ਜੋ ਤੁਸੀਂ ਕਰਵਾ ਰਹੇ ਹੋ ਮੈਂ ਉਹ ਕਰ ਰਿਹਾ। ਜੀਵ ਉਸੇ ਵੇਲੇ ਕਰਮਾਂ ਦੇ ਫਲ ਤੋਂ ਛੁੱਟ ਜਾਂਦਾ, ਮੁਕਤ ਹੁੰਦਾ ਹੈ ਜੀ। ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ। ਜਦੋਂ ਤੱਕ ਇਹ ਭਾਵਨਾ ਹੈ, ਇਹ ਚਿਤਵਨੀ ਹੈ ਕਿ ਮੈਂ ਕਰ ਰਿਹਾ, ਉਦੋਂ ਤੱਕ ਦੁੱਖਾਂ ਦੇ ਨਾਲ ਭਰੇ ਰਹੀਦਾ ਹੈ ਜੀ। ਜਾਓ ਕਿਰਪਾਲ ਗੁਰ ਪੂਰਾ ਭੇਟਿਆ, ਤਾਉ ਆਨੰਦ ਸਹਜੇ। ਜਦੋਂ ਪੂਰਾ ਗੁਰੂ ਕਿਰਪਾ ਦਾ ਘਰ ਮਿਲਿਆ, ਉਹਦਾ ਮੇਲ ਮਿਲਾਪ ਹੋਇਆ, ਸਤਿਗੁਰੂ ਕਹਿੰਦੇ ਨੇ ਫਿਰ ਸਹਿਜ ਆਨੰਦ ਦੀ ਪ੍ਰਾਪਤੀ ਹੋਈ। ਸਹਿਜ ਦਾ ਆਨੰਦ ਉਹ ਹੈ ਜਿਹਦੇ ਵਿੱਚ ਹਰ ਵੇਲੇ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ, ਜਿਹਦੇ ਵਾਸਤੇ ਕੋਈ ਯਤਨ ਨਹੀਂ ਕਰਨਾ ਪੈਂਦਾ। ਕੁਝ ਆ ਗਿਆ ਤਾਂ ਵੀ ਉਹੀ ਹਾਲਤ ਹੈ, ਕੁਝ ਚਲਾ ਗਿਆ ਤਾਂ ਵੀ ਉਹੀ ਹੈ। ਜੇ ਘਰ ਦੇ ਵਿੱਚ ਕੋਈ ਨਵਾਂ ਜੀ ਆ ਰਿਹਾ, ਕਿਸੇ ਨੇ ਜਨਮ ਲਿਆ, ਤਾਂ ਵੀ ਉਹੀ ਅਵਸਥਾ ਹੈ। ਜੇ ਘਰ ਦੇ ਵਿੱਚੋਂ ਕੋਈ ਚਲਾ ਗਿਆ ਤਾਂ ਵੀ ਉਹੀ ਉਸੇ ਤਰ੍ਹਾਂ ਆਨੰਦ ਦੇ ਵਿੱਚ ਹੈ। ਇਹ ਸਹਿਜਾ ਆਨੰਦ ਹੈ। ਜੇਤੀ ਸਿਆਣਪ ਕਰਮ ਹਾਉ ਕੀਏ, ਤੇਤੇ ਬੰਧ ਪਾਰੇ। ਜਿੰਨੇ ਕਰਮ ਆਪਣੀ ਸਿਆਣਪ ਦੇ ਨਾਲ ਕੀਤੇ, ਮੈਂ ਸਿਆਣਾ ਹਾਂ, ਓਨੇ ਹੀ ਸਤਿਗੁਰੂ ਕਹਿੰਦੇ ਨੇ ਬੰਧਨ ਪੈਂਦੇ ਨੇ। ਸਿਆਣਪ ਕਾਹੂ ਕਾਮ ਨ ਆਤ, ਜੋ ਅਨਰੂਪਿਓ ਠਾਕੁਰ ਮੇਰੈ, ਹੋਏ ਰਹੀ ਉਹ ਬਾਤ। ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਪਰਮਾਤਮਾ ਦੇ ਘਰ ਦੇ ਵਿੱਚ ਸਿਆਣਪਾਂ ਨਹੀਂ ਚੱਲਦੀਆਂ। ਗਿਆਨੀ ਮਾਨ ਸਿੰਘ ਜੀ ਝਾਊਰ ਸਿੱਖ ਕੌਮ ਦੇ ਮਹਾਨ ਵਿਦਵਾਨ ਫਿਲੋਸਫਰ ਕਥਾਵਾਚਕ ਹੋਏ ਨੇ। ਇਹ ਤਿੰਨ ਜਿਹੜੇ ਨੇ ਨਾਮ ਨੇ, ਕਥਾਵਾਚਕਾਂ ਦੀ ਬੈਠ ਕੇ ਕਥਾ ਕਰਨ ਵਾਲਿਆਂ ਦੀ ਸ਼੍ਰੇਣੀ ਦੇ ਵਿੱਚ ਸਭ ਤੋਂ ਮਹਾਨ ਕਥਾਵਾਚਕ ਜੇ ਕੋਈ ਹੋਇਆ, ਉਹ ਨਾਮ ਹੈ ਗਿਆਨੀ ਮਾਨ ਸਿੰਘ ਝਾਊਰ ਦਾ। ਜੇ ਖੜੇ ਹੋ ਕੇ ਵਿਖਿਆਨ ਕਰਨ ਦੇ ਵਿੱਚ, ਲੈਕਚਰ ਕਰਨ ਦੇ ਵਿੱਚ ਕੋਈ ਸਰਬਸ਼੍ਰੇਸ਼ਟ ਅੱਜ ਤੱਕ ਦਾ ਵਕਤਾ ਹੋਇਆ ਸਿੱਖ ਕੌਮ ਦੇ ਵਿੱਚ, ਉਹ ਨਾਮ ਹੈ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ। ਤੇ ਜੇ ਖੜੇ ਹੋ ਕੇ ਕੀਰਤਨ ਕਰਨ ਦੇ ਵਿੱਚ, ਬਾਜਾ ਵਜਾਉਣ ਦੇ ਵਿੱਚ ਕਿਸੇ ਨੇ ਅੱਜ ਤੱਕ ਵਡਿਆਈ ਪ੍ਰਭੁਤਾ ਹਾਸਲ ਕੀਤੀ ਹੈ, ਉਹ ਨਾਮ ਹੈ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ। ਇਹ ਤਿੰਨੇ ਜਿਹੜੇ ਨੇ ਆਪੋ ਆਪਣੇ ਖੇਤਰ ਦੇ ਵਿੱਚ ਮਹਾਨ ਹੋਏ ਨੇ। ਅੱਜ ਤੱਕ ਵੀ ਇਹਨਾਂ ਨੂੰ ਉਸੇ ਹੀ ਮਾਣ ਵਡਿਆਈ ਦੇ ਨਾਲ ਯਾਦ ਕੀਤਾ ਜਾਂਦਾ ਹੈ। ਗਿਆਨੀ ਮਾਨ ਸਿੰਘ ਜੀ ਝਾਊਰ ਇੱਕ ਵਾਰ ਸੰਗਰੂਰ ਇਲਾਕੇ ਦੇ ਵਿੱਚ ਕਥਾ ਕਰਨ ਦੇ ਲਈ ਗਏ ਨੇ। ਕਥਾ ਦੀ ਸਮਾਪਤੀ ਹੋਈ ਹੈ, ਭੋਗ ਪਿਆ। ਸਟੇਜ ਸੈਕਟਰੀ ਸਾਹਿਬ ਨੇ ਸਿਰੋਂ ਪਾਓ ਗਲ ਦੇ ਵਿੱਚ ਪਾ ਕੇ ਤੇ ਧੰਨਵਾਦ ਕਰਕੇ ਵਿਦਾ ਕੀਤਾ। ਗਏ ਨੇ, ਬਾਹਰੋਂ ਰਿਕਸ਼ਾ ਲਿਆ, ਸਟੇਸ਼ਨ ਵੱਲ ਨੂੰ ਤੁਰੇ ਨੇ। ਜਦੋਂ ਸਟੇਸ਼ਨ ਤੇ ਪਹੁੰਚੇ ਨੇ, ਜਾ ਕੇ ਰਿਕਸ਼ੇ ਵਾਲੇ ਨੂੰ ਕਹਿਣ ਲੱਗੇ, ਭਾਈ ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਸਾਨੂੰ ਉੱਥੋਂ ਇੱਥੇ ਤੱਕ ਲੈ ਕੇ ਆਇਆ। ਰਿਕਸ਼ੇ ਵਾਲਾ ਕਹਿਣ ਲੱਗਾ, ਗਿਆਨੀ ਜੀ 5 ਰੁਪਈਏ ਕੱਢੋ। ਗਿਆਨੀ ਜੀ ਕਹਿਣ ਲੱਗੇ, ਮੈਨੂੰ ਧੰਨਵਾਦ ਦੇ ਕੇ ਉਹਨਾਂ ਨੇ ਤੋਰਿਆ, ਮੈਂ ਅੱਗੋਂ ਤੇਰਾ ਧੰਨਵਾਦ ਕਰ ਦੇਣਾ। ਕਹਿਣ ਲੱਗਾ, ਨਹੀਂ ਜੀ, ਮੈਂ ਬੱਚੇ ਪਾਲਣ ਦੇ ਵਾਸਤੇ ਮਿਹਨਤ ਕਰ ਰਿਹਾ, ਇੱਥੇ ਧੰਨਵਾਦ ਦੇ ਨਾਲ ਕੰਮ ਨਹੀਂ ਚੱਲਣਾ। ਕਹਿਣ ਲੱਗੇ, ਦੁਬਾਰਾ ਬੈਠੇ ਰਿਕਸ਼ੇ ਤੇ, ਚੱਲ ਭਾਈ ਵਾਪਸ ਉੱਥੇ ਹੀ ਲੈ ਚੱਲ। ਸਟੇਜ ਦੇ ਉੱਤੇ ਗਏ,
ਪ੍ਰੋਗਰਾਮ ਚੱਲ ਰਿਹਾ ਹੈ। ਸਟੇਜ ਸਕੱਤਰ ਜਿਹੜੇ ਉਹਨੂੰ ਕਹਿ ਕੇ 1 ਮਿੰਟ ਦਾ ਸਮਾਂ ਲਿਆ, ਰਿਕਸ਼ੇ ਵਾਲੇ ਨੂੰ ਸਾਹਮਣੇ ਖੜਾ ਲਿਆ, ਖੜਾ ਕਰਕੇ ਕਹਿਣ ਲੱਗੇ, ਸਟੇਜ ਸੈਕਟਰੀ ਸਾਹਿਬ 1 ਮਿੰਟ ਦੇ ਸਮੇਂ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ, ਮੈਂ ਕਥਾ ਕੀਤੀ, ਤੁਸੀਂ ਆਨੰਦ ਮਾਣਿਆ, ਤੁਸੀਂ ਜਾਣ ਲੱਗਿਆ ਸਿਰੋਂ ਪਾਓ ਤੇ ਧੰਨਵਾਦ ਦਿੱਤਾ, ਉਹ ਧੰਨਵਾਦ ਹੁਣ ਮੈਂ ਇਸ ਰਿਕਸ਼ੇ ਵਾਲੇ ਨੂੰ ਦੇ ਰਿਹਾ, ਇਹ ਤੁਹਾਡਾ ਦਿੱਤਾ ਧੰਨਵਾਦ ਕਬੂਲ ਨਹੀਂ ਕਰਦਾ, ਇਹ ਮਾਇਆ ਮੰਗ ਰਿਹਾ। ਇਸ ਤਰ੍ਹਾਂ ਸਿਆਣਪ ਦੇ ਨਾਲ ਉਹਨਾਂ ਸਟੇਜ ਵਾਲਿਆਂ ਨੇ ਮੁਆਫੀ ਮੰਗੀ, ਮਾਇਆ ਦੇ ਕੇ ਫਿਰ ਵਿਦਾ ਕੀਤਾ। ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਸਿਆਣਪ ਹੈ, ਇਹਦੇ ਵਸ ਭੂਤ ਹੋ ਕੇ, ਇਹਦੇ ਵਸ ਦੇ ਵਿੱਚ ਪੈ ਕੇ ਜਿਹੜੇ ਕਰਮ ਕੀਤੇ ਜਾਂਦੇ ਨੇ ਸੰਸਾਰ ਦੇ ਵਿੱਚ, ਇਹਨਾਂ ਦੇ ਨਾਲ ਬੰਧਨ ਪੈਂਦੇ ਨੇ। ਜਦੋਂ ਬਾਲ ਬੁੱਧ ਬੱਚਿਆਂ ਵਾਲੀ ਬੁੱਧੀ ਆ ਜਾਵੇ, ਉਹਦੇ ਨਾਲ ਸੰਸਾਰ ਤੇ ਪਰਮਾਤਮਾ ਦੇ ਧਾਮ ਦੋਵਾਂ ਥਾਵਾਂ ਦੇ ਉੱਤੇ ਇੱਜ਼ਤ ਮਿਲਦੀ ਹੈ, ਬੰਦ ਖਲਾਸੀ ਹੁੰਦੀ ਹੈ। ਜਿਹੜਾ ਸੰਸਾਰ ਦੇ ਵਿੱਚ ਸਿਆਣਪਾਂ ਕਰਦਾ ਹੈ, ਜਿਹੜੇ ਬੰਦੇ ਨੂੰ ਇਹ ਹੰਕਾਰ ਹੈ ਕਿ ਮੈਂ ਪੜ੍ਹਿਆ ਲਿਖਿਆ ਬਹੁਤ ਆ, ਮੈਨੂੰ ਅਕਲ ਬੜੀ ਹੈ, ਮੈਂ ਦੂਜਿਆਂ ਦੇ ਨਾਲੋਂ ਜ਼ਿਆਦਾ ਸਿਆਣਾ ਵਿਦਵਾਨ ਆ, ਸਤਿਗੁਰੂ ਕਹਿੰਦੇ ਨੇ ਓਨੇ ਜ਼ਿਆਦਾ ਬੰਧਨ ਉਹਨੂੰ ਪੈ ਰਹੇ ਨੇ, ਉਹਦੀ ਆਤਮਾ ਨੂੰ ਓਨੇ ਜ਼ਿਆਦਾ ਸੰਗਲਾਂ ਦੇ ਵਿੱਚ ਬੰਨਿਆ ਜਾ ਰਿਹਾ ਹੈ। ਜਾਓ ਸਾਧੂ ਕਰ ਮਸਤਕ ਧਾਰਿਓ, ਤਬ ਹਮ ਮੁਕਤ ਪਾਏ। ਜਦੋਂ ਕਿਸੇ ਨਾਮ ਜਪਣ ਵਾਲੇ ਬੰਦਗੀ ਵਾਲੇ ਨੇ, ਕਰ ਦਾ ਅਰਥ ਹੈ ਹੱਥ, ਮੱਥੇ ਦੇ ਉੱਤੇ ਰੱਖਿਆ, ਸਤਿਗੁਰੂ ਕਹਿੰਦੇ ਨੇ ਫੇਰ ਹਉਮੈ ਦੇ ਰੋਗ ਤੋਂ, ਇਹਨਾਂ ਸਿਆਣਪਾਂ ਤੋਂ, ਚਤੁਰਾਈਆਂ ਤੋਂ ਖਹਿੜਾ ਛੁੱਟਿਆ, ਮੁਕਤੀ ਪ੍ਰਾਪਤ ਹੋਈ ਜੀ। ਜਾਓ ਲਾਓ ਮੇਰੋ ਮੇਰੋ ਕਰ ਤੋ, ਤਾਓ ਲਾਓ ਵੇਖ ਘੇਰੇ। ਜਦੋਂ ਤੱਕ ਮੇਰੀ ਮੇਰੀ ਕਰਦਾ ਰਿਹਾ, ਉਦੋਂ ਤੱਕ ਬਿਖ ਦਾ ਅਰਥ ਹੈ ਮਾਇਆ ਨੇ, ਮਾਇਆ ਦੀ ਜ਼ਹਿਰ ਨੇ, ਵਿਸ਼ੇ ਵਿਕਾਰਾਂ ਨੇ ਘੇਰਾ ਪਾ ਕੇ ਰੱਖਿਆ। ਮਾਨ ਤਨ ਬੁੱਧ ਆਰ ਪੀ ਠਾਕੁਰ ਕਾਊ, ਤਬ ਹਮ ਸਹਜ ਸੋਏ। ਜਦੋਂ ਆਪਣਾ ਮਨ, ਆਪਣਾ ਤਨ, ਆਪਣੀ ਬੁੱਧੀ, ਆਪਣੀ ਅਕਲ, ਠਾਕੁਰ ਸ਼ਬਦ ਅਸਲ ਦੇ ਵਿੱਚ ਸੰਸਕ੍ਰਿਤ ਦੇ ਭਾਸ਼ਾ ਠਾਕੁਰ ਤੋਂ ਬਣਿਆ, ਜਿਹਦਾ ਅਰਥ ਹੈ ਸੁਆਮੀ, ਮਾਲਕ। ਜਦੋਂ ਪਰਮਾਤਮਾ ਦੇ ਸਾਹਮਣੇ ਆਪਣੀ ਅਕਲ, ਆਪਣਾ ਸਰੀਰ, ਆਪਣਾ ਮਨ ਸਭ ਕੁਝ ਅਰਪਣ ਕਰ ਦਿੱਤਾ, ਸਤਿਗੁਰੂ ਕਹਿੰਦੇ ਨੇ ਫੇਰ ਅਸੀਂ ਸਹਿਜ ਨਿਸ਼ਚਿੰਤ ਹੋ ਕੇ ਸੁੱਤੇ, ਸਾਰੀਆਂ ਚਿੰਤਾਵਾਂ, ਸਾਰੇ ਝੋਰੇ, ਫਿਕਰਾਂ ਦਾ ਨਾਸ਼ ਹੋਇਆ ਜੀ। ਜਾਓ ਲਾਓ ਪੋਟ ਉਠਾਈ ਚੱਲੇ ਆਓ, ਤਾਓ ਲਾਓ ਡਾਨ ਪਾਰੇ। ਜਿੰਨਾ ਚਿਰ ਤੱਕ ਸਿਰ ਦੇ ਉੱਤੇ ਹਉਮੈ ਹੰਕਾਰ ਦੀ ਪੰਡ ਚੁੱਕੀ ਹੋਈ ਹੈ, ਇਹ ਮੈਂ ਕੀਤਾ, ਇਹ ਮੈਂ ਦਾਨ ਦਿੱਤਾ, ਇਹ ਸ਼ੁਭ ਕਰਮ ਮੈਂ ਕੀਤਾ, ਉਹਨਾਂ ਚਿਰ ਤੱਕ ਸਤਿਗੁਰੂ ਕਹਿੰਦੇ ਨੇ ਡੰਡ ਭਰਦੇ ਰਹੇ ਧਰਮ ਰਾਜੇ ਦਾ। ਪੰਚਮ ਗੁਰਦੇਵ ਜੀ ਦੇ ਬੋਲ ਨੇ ਸੋਹੀ ਰਾਗ ਦੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਧਰਮ ਦੇ ਕਰਮ ਕਰਕੇ ਜਦੋਂ ਤੱਕ ਅੰਦਰ ਹਉਮੈ ਹੰਕਾਰ ਹੈ, ਨਿਰਮਲਤਾ ਨਿਰਮਾਣਤਾ ਨਹੀਂ ਆਈ, ਸਤਿਗੁਰੂ ਕਹਿੰਦੇ ਨੇ ਉਹ ਧਰਮ ਦੇ ਸਾਰੇ ਕਰਮ, ਜਮ ਦਾ ਜਿਹੜਾ ਜਗਾਤੀਆ ਮਹਿਸੂਲ ਟੈਕਸ ਇਕੱਠੇ ਕਰਨ ਵਾਲਾ ਹੈ, ਉਹ ਸਾਰੇ ਦੇ ਸਾਰੇ ਲੁੱਟ ਲੈਂਦਾ। ਅੱਜ ਵੀ ਸਤਿਗੁਰੂ ਇਹੀ ਕਿਰਪਾ ਕਰਦੇ ਨੇ, ਜਦੋਂ ਤੱਕ ਸਿਰ ਦੇ ਉੱਤੇ ਹਉਮੈ ਦੀ ਪੰਡ ਚੁੱਕੀ ਹੈ, ਮੈਂ ਇੰਨਾ ਸ਼ੁਭ ਕਰਮ ਕੀਤਾ, ਮੈਂ ਇੰਨੇ ਚੰਗੇ ਕੰਮ ਕੀਤੇ, ਸਤਿਗੁਰੂ ਕਹਿੰਦੇ ਨੇ ਡੰਡ ਉਹਨਾਂ ਚਿਰ ਹੀ ਭਰਨਾ ਪੈਂਦਾ ਹੈ।
ਓਟ ਡਾਰ ਗੁਰ ਪੂਰਾ ਮਿਲਿਆ, ਤਾਉ ਨਾਨਕ ਨਿਰਭੈ। ਬਚਨ ਦੀ ਸਮਾਪਤੀ ਕਰਦੇ ਨੇ ਪੰਚਮ ਗੁਰਦੇਵ ਜੀ। ਜਦੋਂ ਪੂਰਾ ਗੁਰੂ ਮਿਲਿਆ, ਉਹਨੇ ਕਿਰਪਾ ਕੀਤੀ, ਉਹਨੇ ਦੱਸਿਆ ਆ ਜਿਹੜੀ ਸਿਰ ਦੇ ਉੱਤੇ ਪੰਡ ਚੁੱਕੀ ਹੈ ਇਹਨੂੰ ਸਿੱਟ ਦੇ। ਗੁਰੂ ਦਾ ਉਪਦੇਸ਼ ਮੰਨ ਲਿਆ। ਹਉਮੈ ਦੀ ਹੰਕਾਰ ਦੀ ਪੰਡ ਜਦੋਂ ਪੋਟਲੀ ਸਿੱਟ ਦਿੱਤੀ, ਸਤਿਗੁਰੂ ਕਹਿੰਦੇ ਨੇ ਉਸੇ ਵੇਲੇ ਨਿਰਭਉ ਹੋ ਗਏ। ਡਰ ਓਨਾ ਚਿਰ ਹੈ ਜਿੰਨਾ ਚਿਰ ਤੱਕ ਕੋਲ ਕੁਝ ਹੈ। ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਜਾ ਰਹੇ ਨੇ। ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਆਪਣੇ ਕੋਲ ਕੁਝ ਨਹੀਂ ਰੱਖਿਆ, ਕਦੇ ਸਤਿਗੁਰੂ ਨੇ ਮਾਇਆ ਕੋਲ ਨਹੀਂ ਰੱਖੀ, ਕਦੇ ਕੋਈ ਪਦਾਰਥ ਨਹੀਂ ਰੱਖਿਆ। ਭਾਈ ਮਰਦਾਨੇ ਨੂੰ ਇੱਕ ਰਬਾਬ ਰੱਖਣ ਦਾ ਹੁਕਮ ਹੈ, ਪਰੰਤੂ ਭਾਈ ਮਰਦਾਨੇ ਨੇ ਇੱਕ ਵਾਰ ਸੰਗਤ ਆਈ, ਉਹਨੇ ਮੱਥਾ ਟੇਕਿਆ ਪਿੰਡ ਦੇ ਵਿੱਚੋਂ, ਉਹਦੇ ਵਿੱਚੋਂ ਕੁਝ ਮਾਇਆ ਜਿਹੜੀ ਹੈ ਉਹ ਜੇਬ ਦੇ ਵਿੱਚ ਖੀਸੇ ਦੇ ਵਿੱਚ ਪਾ ਲਈ। ਤੇ ਹੁਣ ਜਦੋਂ ਤੁਰੇ ਜਾਂਦੇ ਨੇ ਰਸਤੇ ਦੇ ਵਿੱਚ ਜੰਗਲ ਦੇ ਵਿੱਚ ਪਹੁੰਚੇ, ਰਾਤ ਪੈ ਗਈ, ਬਿਆਬਾਨ ਸੁਨਸਾਨ ਡਰਾਉਣਾ ਇਲਾਕਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਡਰ ਲੱਗਦਾ ਹੈ। ਸਤਿਗੁਰੂ ਜਾਣੀ ਜਾਣ ਅੰਤਰਜਾਮੀ ਸਮਝ ਗਏ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ, ਜਿਹੜੀ ਚੀਜ਼ ਕਰਕੇ ਡਰ ਲੱਗਦਾ ਹੈ ਨਾ ਉਹਨੂੰ ਸਿੱਟ ਦੇ। ਜੇਬ ਦੇ ਵਿੱਚ ਹੱਥ ਪਾਇਆ, ਜੋ ਕੁਝ ਲਕੋਇਆ ਸਾਂਭਿਆ ਸੀ ਕੱਢ ਕੇ ਸੁੱਟ ਦਿੱਤਾ। ਉਸੇ ਵੇਲੇ ਸੁਖ ਦੀ ਨੀਂਦਰ ਦੇ ਨਾਲ ਸੌਂ ਗਏ। ਕਹਿਣ ਤੋਂ ਭਾਵ ਇਹ ਹੈ, ਜਦੋਂ ਤੱਕ ਮਨ ਦੇ ਵਿੱਚ ਇਹ ਭਾਵਨਾ ਹੈ ਕਿ ਕੁਝ ਮੈਂ ਕਰਦੀ ਹਾਂ, ਚੰਗੇ ਕੰਮ ਨੇ ਚਾਹੇ ਮਾੜੇ ਕੰਮ ਨੇ, ਉਹਨਾਂ ਚਿਰ ਤੱਕ ਡਰ ਬਣਿਆ ਹੋਇਆ ਹੈ। ਜਦੋਂ ਆਪਣੇ ਅੰਦਰੋਂ ਇਹ ਭਾਵਨਾ ਕੱਢ ਕੇ ਸੁੱਟ ਦੇਈਏ, ਉਹ ਪਰਮਾਤਮਾ ਕਰਨ ਵਾਲਾ ਹੈ, ਮੈਂ ਕੇਵਲ ਇੱਕ ਜ਼ਰੀਆ, ਇੱਕ ਸਾਧਨ, ਉਹ ਮੇਰੇ ਕੋਲੋਂ ਕਰਵਾ ਰਿਹਾ ਹੈ। ਉਸੇ ਵੇਲੇ ਜੀਵ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਇਹਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਇਹ ਸਤਿਗੁਰੂ ਪੰਚਮ ਗੁਰਦੇਵ ਜੀ ਨੇ ਅੱਜ ਦੇ ਪਾਵਨ ਪਵਿੱਤਰ ਬਚਨ ਦੇ ਵਿੱਚ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤੀ। ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਨਾ ਚਿਤਾਰਨਾ ਜੀ। ਆਓ ਆਨੰਦ ਸਾਹਿਬ ਜੀ ਦੇ ਨਾਲ ਜੁੜਨਾ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ